ਸ਼੍ਰੀ ਅਨੰਦਪੁਰ ਸਾਹਿਬ ਦਾ ਇਤਿਹਾਸ ਭਾਗ ਤੀਜਾ। ਨਾ कहूँ अब की ना कहूँ तब की, अगर ना होते गुरु गोबिंद सिंह तो सुन्नत होती सब की। ਸ਼੍ਰੀ ਅਨੰਦਪੁਰ ਸਾਹਿਬ ਜੀ ਦੇ ਇਤਿਹਾਸ ਦੇ ਪਿਛਲੇ ਦੋ ਭਾਗਾਂ 'ਚੋਂ ਅਸੀਂ ਦੇਖ ਚੁੱਕੇ ਹਾਂ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਇੱਕ ਦ੍ਰਿੜ ਨਿਸ਼ਚੈ ਸੀ ਕਿ ਹਿੰਦੁਸਤਾਨ ਨੂੰ ਇਹਨਾਂ ਗੁਲਾਮੀ ਤੋਂ ਆਜ਼ਾਦੀ ਦਿਵਾਉਣੀ ਹੈ। ਅਤੇ ਇਸ ਕੰਮ ਲਈ ਗੁਰੂ ਗੋਬਿੰਦ ਸਿੰਘ ਜੀ ਨੂੰ ਅਜਿਹੇ ਆਦਮੀਆਂ ਦੀ ਲੋੜ ਸੀ ਜੋ ਆਚਰਣ ਅਤੇ ਧਰਮ ਦੇ ਸੰਬੰਧ ਵਿੱਚ ਕੇਵਲ ਪ੍ਰਭੂ ਪੂਜ ਹੀ ਨਾ ਹੋਣ, ਸਗੋਂ ਨਾਲ ਹੀ ਫੌਜੀ ਸਪਿਰਿਟ, ਕੌਮੀ ਪਿਆਰ ਅਤੇ ਭਰਾਤਰੀ ਭਾਵ ਨਾਲ ਭਰਪੂਰ ਹੋਣ ਅਤੇ ਦੇਸ਼ ਅਤੇ ਧਰਮ ਖਾਤਰ ਆਪਾ ਵਾਰਨ ਲਈ ਸਦਾ ਤਤਪਰ ਹੋਣ। ਭਾਵੇਂ ਗੁਰੂ ਗੋਬਿੰਦ ਸਿੰਘ ਜੀ ਗੁਰੂਮਾਲਾ ਦੇ 10 ਮਣਕਿਆਂ ਵਿੱਚੋਂ ਇੱਕ ਏਕਾਂਤਵਾਸੀ ਦਰਵੇਸ਼ ਸਨ, ਜਿਨ੍ਹਾਂ ਦਾ ਪਵਿੱਤਰ ਮਿਥਨ ਆਤਮਕ ਉਪਦੇਸ਼ ਹੀ ਸੀ, ਪਰ ਸਮੇਂ ਦੀ ਵੰਗਾਰ, ਮੁਸਲਮਾਨਾਂ ਦੀ ਲੁੱਟਮਾਰ ਅਤੇ ਜ਼ੁਲਮਾਂ ਅਤੇ ਹਿੰਦੂਆਂ ਦੀ ਨਿਰਬਲ ਦੁਖੀ ਦੀਨ ਅਵਸਥਾ ਨੇ ਉਹਨਾਂ ਨੂੰ ਫਕੀਰੀ ਤੋਂ ਅਮੀਰੀ ਅਤੇ ਪੀਰੀ ਤੋਂ ਮੀਰੀ ਧਾਰਨ ਕਰਨ ਲਈ ਮਜਬੂਰ ਕੀਤਾ। ਪਹਾੜੀ ਰਾਜਿਆਂ ਦੇ ਵਿਰੋਧ ਨੇ ਉਹਨਾਂ ਨੂੰ ਰਣ ਖੇਤਰ ਵਿੱਚ ਨਿਤਰਨ ਲਈ ਮਜਬੂਰ ਕੀਤਾ। ਗੁਰੂ ਜੀ ਨੇ ਖੁਦ ਕਦੀ ਵੀ ਪਹਾੜੀ ਰਾਜਿਆਂ ਜਾਂ ਮੁਸਲਮਾਨਾਂ ਨੂੰ ਕਿਸੇ ਸ਼ਿਕਾਇਤ ਦਾ ਮੌਕਾ ਨਾ ਦਿੱਤਾ। ਗੁਰੂ ਜੀ ਮਾਰਸ਼ਲ ਸਪਿਰਿਟ ਦੀ ਵਿਚਾਰਧਾਰਾ ਉਜਾਗਰ ਅਤੇ ਸੁਰਜੀਤ ਕਰਨ ਦੀ ਧੁਨ ਵਿੱਚ ਪ੍ਰਭੂ ਚਰਨਾਂ ਵਿੱਚ ਲੀਨ ਸਨ, ਜਦ ਕਿ ਈਰਖਾਵਾਦੀਆਂ ਨੇ ਬਿਨਾਂ ਕਾਰਨ ਹੀ ਉਹਨਾਂ ਨੂੰ ਸਤਾਇਆ ਅਤੇ ਤੰਗ ਕੀਤਾ। ਗੁਰੂ ਜੀ ਕੋਲ ਨਾ ਹੀ ਤਿਆਰੀ ਲਈ ਸਮਾਂ ਸੀ ਅਤੇ ਨਾ ਹੀ ਚੋਖੇ ਹਥਿਆਰ, ਸੋ ਤਿਆਰੀ ਤੋਂ ਬਿਨਾਂ ਹੀ ਗੁਰੂ ਜੀ ਨੂੰ ਤਲਵਾਰ ਮਿਆਨ ਵਿੱਚੋਂ ਖਿੱਚਣ 'ਤੇ ਮਜਬੂਰ ਹੋਣਾ ਪਿਆ। ਹਿੰਦੂਆਂ ਦੀ ਹਾਲਤ ਤਰਸਯੋਗ ਸੀ ਅਤੇ ਨਿਗਰੀ ਹੋਈ ਸੀ, ਜਿਸ ਦੀ ਤਸਵੀਰ ਅਸੀਂ ਪਿੱਛੇ ਦੇਖ ਆਏ ਹਾਂ। ਗੁਰੂ ਜੀ ਨੂੰ ਮੌਜੂਦਾ ਹਾਲਾਤ ਵਿੱਚ ਇਹਨਾਂ ਤੋਂ ਕਿਸੇ ਕਾਰਜ ਦੀ ਸਿੱਧੀ ਹੋ ਸਕਣੀ ਮੁਸ਼ਕਲ ਜਾਪੀ, ਸੋ ਉਹਨਾਂ ਨੇ ਅਜਿਹੇ ਆਦਮੀਆਂ ਦੇ ਪੈਦਾ ਕਰਨ ਦੀ ਪ੍ਰਤੀਤ ਹੋਈ ਜੋ ਪੁਰਾਣੇ ਸੁਰਬੀਰ ਕਸ਼ਤਰੀਆਂ ਦਾ ਨਮੂਨਾ ਹੋਣ, ਆਪਾ ਵਾਰਨ ਅਤੇ ਦੇਸ਼ ਅਤੇ ਧਰਮ ਤੋਂ ਕੁਰਬਾਨ ਹੋਣ ਨੂੰ ਉਹ ਆਪਣਾ ਸਭ ਤੋਂ ਪਵਿੱਤਰ ਧਰਮ ਸਮਝਦੇ ਹੋਣ। ਉਹਨਾਂ ਆਪਣੀ ਸਾਰੀ ਸ਼ਕਤੀ ਉਦੋਂ ਤੱਕ ਇੱਕ ਪਾਸੇ ਹੀ ਲਾ ਦਿੱਤੀ ਅਤੇ ਆਪਣਾ ਸਾਰਾ ਧਿਆਨ ਇਸੇ ਇੱਕ ਨੁਕਤੇ 'ਤੇ ਹੀ ਕੇਂਦਰਿਤ ਕਰ ਦਿੱਤਾ, ਜਦੋਂ ਤੱਕ ਕਿ ਉਹ ਹਿੰਦੂਆਂ ਨੂੰ ਕਿਸੇ ਇੱਕ ਉਦੇਸ਼, ਇੱਕ ਵਲਵਲੇ, ਇੱਕ ਮਕਸਦ ਅਤੇ ਇੱਕ ਨਿਸ਼ਾਨੇ ਨਾਲ ਜੋੜ ਨਹੀਂ ਲੈਂਦੇ। ਵੱਖ-ਵੱਖ ਹਿੰਦੂਆਂ ਦਾ ਇਕੱਠੇ ਹੋਣਾ ਜਾਂ ਇੱਕ ਬਣਨਾ ਬਹੁਤ ਹੀ ਕਠਿਨ ਸੀ। ਇਸ ਲਈ ਗੁਰੂ ਜੀ ਨੇ 2 ਮਕਸਦ ਆਪਣੇ ਸਾਹਮਣੇ ਰੱਖ ਕੇ ਖਾਲਸਾ ਧਰਮ ਦੇ ਮਹਿਲ ਦੀ ਉਸਾਰੀ ਦੀ ਬੁਨਿਆਦ ਰੱਖੀ। ਪਹਿਲਾ, ਵੱਖ-ਵੱਖ ਹਿੰਦੂ ਆਪਸ ਵਿੱਚ ਮਿਲ ਕੇ ਇੱਕ ਹੋ ਜਾਣ, ਮੁਸਲਿਮ ਰਾਜ ਨੂੰ ਹਿੰਦੁਸਤਾਨ ਦੀਆਂ ਹੱਦਾਂ ਵਿੱਚੋਂ ਬਾਹਰ ਕੱਢਣਾ ਉਹਨਾਂ ਦਾ ਆਦਰਸ਼ ਅਤੇ ਨਿਸ਼ਾਨਾ ਹੋਵੇ। ਇੱਥੇ ਇਹ ਜ਼ਰੂਰੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਮੰਤਵ ਇਸਲਾਮ ਵਿਰੁੱਧ ਜਹਾਦ ਕਰਨਾ ਉੱਕਾ ਹੀ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਯਤਨ ਉਹਨਾਂ ਇਸਲਾਮ ਵਿਰੁੱਧ ਕੀਤਾ, ਪਰ ਮੁਸਲਮਾਨਾਂ ਦੇ ਜ਼ਬਰ ਦੇਖ ਕੇ ਉਹ ਉਹਨਾਂ ਦੀ ਰਾਜਸੀ ਤਾਕਤ ਨੂੰ ਕਮਜ਼ੋਰ ਕਰਨਾ ਅਤੇ ਹਿੰਦੁਸਤਾਨ ਤੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਸਮਝਦੇ ਸਨ। ਉਹਨਾਂ ਦੇ ਖਾਲਸਾ ਧਰਮ ਦੀ ਸਥਾਪਨਾ ਕਰਨ ਦਾ ਇਹ ਹੀ ਕਾਰਨ ਸੀ। ਹਿੰਦੂਆਂ ਦੀ ਤਾਂ ਅਜਿਹੀ ਹਾਲਤ ਹੀ ਨਹੀਂ ਸੀ ਕਿ ਉਹ ਮੁਸਲਮਾਨਾਂ ਵਰਗੀ ਕਿਸੇ ਜ਼ਬਰਦਸਤ ਕੌਮ ਨਾਲ ਮਜ਼ਹਬੀ ਜਹਾਦ ਕਰ ਸਕਣ, ਅਤੇ ਨਾ ਹੀ ਇਸ ਵਿੱਚੋਂ ਗੁਰੂ ਜੀ ਨੂੰ ਕੋਈ ਕੌਮੀ ਜਾਂ ਜਾਤੀ ਲਾਭ ਹੀ ਸੀ। ਉਹਨਾਂ ਦਾ ਮੁੱਖ ਉਦੇਸ਼ ਮੁਸਲਮਾਨਾਂ ਦੇ ਰਾਜਸੀ ਬਲ ਨੂੰ ਤੋੜਨਾ ਹੀ ਸੀ ਅਤੇ ਇਸ ਕਾਰਜ ਦੀ ਪੂਰਤੀ ਲਈ ਉਹ ਨਵੀਨ ਤਰੀਕੇ ਰਾਹੀਂ ਹਿੰਦੂਆਂ ਵਿੱਚ ਹਿੰਮਤ ਅਤੇ ਹੌਸਲੇ ਦੀ ਚਾਸ਼ਨੀ ਨਾਲ ਨਵੀਂ ਰੂਹ ਫੂਕਣੀ ਚਾਹੁੰਦੇ ਸਨ। ਗੁਰੂ ਸਾਹਿਬ ਦੀ ਆਪਣੀ ਬੀਤੀ ਆਯੂ ਦੇ ਤਜਰਬਿਆਂ ਨੇ ਵੀ ਇਹ ਸਾਬਤ ਕਰ ਦਿੱਤਾ ਸੀ ਕਿ ਹਿੰਦੂਆਂ ਦੀ ਮਾਰਸ਼ਲ ਸਪਿਰਿਟ ਵਾਲਾ ਚੋਲਾ ਇੰਨਾ ਪੁਰਾਣਾ ਅਤੇ ਖੀਨ ਹੋ ਚੁੱਕਾ ਸੀ ਕਿ ਉਸ ਵਿੱਚ ਕੋਈ ਸੀਨ ਪਾ ਕੇ ਜਾਂ ਮੁਰੰਮਤ ਕਰਕੇ, ਰਫੂ ਕਰਕੇ ਕੰਮ ਸਾਰ ਸਕਣਾ ਅਸੰਭਵ ਸੀ। ਹੁਣ ਤਾਂ ਕਿਸੇ ਨਵੀਂ ਪੋਸ਼ਾਕ ਦੀ ਲੋੜ ਸੀ। ਗੁਰੂ ਗੋਬਿੰਦ ਸਿੰਘ ਜੀ ਨੇ ਅਨੁਭਵ ਕੀਤਾ ਕਿ ਇਹਨਾਂ ਨੂੰ ਨਵਾਂ ਰੂਪ ਅਤੇ ਨਵਾਂ ਲਿਬਾਸ ਦਿੱਤਾ ਜਾਵੇ, ਜੋ ਇਹਨਾਂ ਲਈ ਖੁਦਗਰਜ਼ੀ, ਸੁਸਤੀ, ਬੇਹਿੰਮਤੀ ਅਤੇ ਬੁਜ਼ਦਿਲੀ ਦੀ ਥਾਂ ਦੇਸ਼ ਭਗਤੀ, ਪ੍ਰਭੂ ਭਗਤੀ, ਵੀਰਤਾ ਅਤੇ ਸੇਵਾ ਭਾਵ ਦਾ ਨਿਸ਼ਾਨ ਬਣ ਜਾਏ। ਇਸ ਲਈ ਉਹਨਾਂ ਦੀ ਵਿਚਾਰਧਾਰਾ ਸੀ ਕਿ ਇੱਕ ਅਜਿਹੀ ਜਮਾਤ ਪੈਦਾ ਕੀਤੀ ਜਾਵੇ ਜਿਸ ਦਾ ਕਰਤੱਵ ਭਾਰਤ ਵਰਸ਼ ਦੀ ਰੱਖਿਆ ਅਤੇ ਮਜ਼ਲੂਮ ਹਿੰਦੂ ਧਰਮ ਦੀ ਰੱਖਿਆ ਹੋਵੇ। ਅਖੀਰ ਗੁਰੂ ਜੀ ਨੇ ਇਸ ਕੰਮ ਨੂੰ ਪੂਰਿਆਂ ਕਰਨ ਦਾ ਮੌਕਾ ਕੱਢ ਹੀ ਲਿਆ। 29 ਮਾਰਚ ਸੰਨ 1699 ਵਿਸਾਖੀ ਦੇ ਦਿਨ
ਆਪਣੇ ਪਵਿੱਤਰ ਉਦੇਸ਼ ਦੀ ਪੂਰਤੀ ਲਈ, ਖਾਲਸਾ ਧਰਮ ਦੀ ਨੀਂਹ ਰੱਖਣ ਲਈ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ, ਜੋ ਕਿ ਬਹੁਤ ਵੱਡੀ ਗਿਣਤੀ ਵਿੱਚ ਦੂਰੋਂ ਦੂਰੋਂ ਇਸ ਸ਼ੁਭ ਤਿਉਹਾਰ 'ਤੇ ਬੁਲਾਏ ਗਏ ਸਨ, ਇੱਕ ਖੁੱਲ੍ਹੇ ਮੈਦਾਨ ਵਿੱਚ ਇਕੱਤਰ ਕੀਤਾ। ਉਸ ਮੈਦਾਨ ਸ਼ਮਿਆਨਾ ਲੱਗਾ ਹੋਇਆ ਸੀ। ਜਦ ਮੈਦਾਨ ਸ਼ਰਧਾਲੂ ਸਿੱਖਾਂ ਨਾਲ ਭਰ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਨੰਗੀ ਕਿਰਪਾਨ ਹੱਥ ਵਿੱਚ ਲੈ ਕੇ ਖਲੋ ਗਏ ਅਤੇ ਸਿੱਖਾਂ ਨੂੰ ਸੰਬੋਧਨ ਕਰਕੇ ਬੋਲੇ ਕਿ ਅਕਾਲ ਪੁਰਖ ਦੀ ਆਗਿਆ ਹੋਈ ਹੈ ਕਿ ਮਜ਼ਲੂਮ ਧਰਮ ਦੀ ਰੱਖਿਆ ਲਈ ਪਹਿਲੀ ਬਲੀ ਅਸੀਂ ਆਪਣੇ ਇੱਕ ਸਿੱਖ ਦੇ ਸਿਰ ਦੀ ਦਈਏ, ਤਾਂ ਜੋ ਉਸ ਸਿੱਖ ਦਾ ਲਹੂ ਦੁਖੀ ਹੋ ਰਹੇ ਹਿੰਦੂ ਧਰਮ ਅਤੇ ਦੇਸ਼ ਦੀ ਰੱਖਿਆ ਲਈ ਆਉਣ ਵਾਲੇ ਸਿੱਖਾਂ ਵਾਸਤੇ ਅਤੇ ਸਿੱਖਾਂ ਨੂੰ ਕੁਰਬਾਨੀਆਂ ਦੇਣ ਦੀ ਪ੍ਰੇਰਨਾ ਖਾਤਰ ਜਿਉਂਦਾ ਨਿਸ਼ਾਨ ਬਣ ਸਕੇ। ਜੋ ਵੀ ਸਿੱਖ ਇਸ ਉਦੇਸ਼ ਦੀ ਪ੍ਰਾਪਤੀ ਅਤੇ ਪੂਰਤੀ ਲਈ ਆਪਣਾ ਸੀਸ ਵਾਰਨਾ ਚਾਹੁੰਦਾ ਹੈ, ਬਲੀਦਾਨ ਕਰਨਾ ਚਾਹੁੰਦਾ ਹੈ, ਗੁਰੂ ਦੀ ਭੇਂਟ ਕਰਨਾ ਚਾਹੁੰਦਾ ਹੈ, ਉਹ ਸਾਡੇ ਸਾਹਮਣੇ ਆਏ ਤਾਂ ਜੋ ਉਸ ਦਾ ਸਿਰ ਕੱਟ ਕੇ ਕੌਮੀ ਜ਼ਿੰਦਗੀ ਨੂੰ ਉਸ ਦੇ ਲਹੂ ਨਾਲ ਸੁਰਜੀਤ ਕੀਤਾ ਜਾਵੇ। ਇਹ ਸੁਣਦੇ ਸਾਰ ਹੀ ਦਇਆ ਰਾਮ ਖੱਤਰੀ ਲਾਹੌਰ ਨਿਵਾਸੀ ਉੱਠ ਕੇ ਗੁਰੂ ਜੀ ਦੇ ਸਾਹਮਣੇ ਆਇਆ ਅਤੇ ਅਰਜ਼ ਕੀਤੀ ਕਿ ਉਸ ਦਾ ਸੀਸ ਐਸੇ ਪਵਿੱਤਰ ਕੰਮ ਲਈ ਹਾਜ਼ਰ ਹੈ ਅਤੇ ਉਹ ਆਪਣੇ ਗੁਰੂ ਲਈ ਆਪਣਾ ਸਰੀਰ ਬਲੀਦਾਨ ਕਰਨ ਵਿੱਚ ਮਾਣ ਸਮਝਦਾ ਹੈ। ਗੁਰੂ ਜੀ ਉਸ ਨੂੰ ਬਾਂਹ ਤੋਂ ਫੜ ਕੇ ਇੱਕ ਤੰਬੂ ਵਿੱਚ ਲੈ ਗਏ। ਤੰਬੂ ਵਿੱਚ ਤਲਵਾਰ ਚੱਲਣ ਦੀ ਆਵਾਜ਼ ਆਈ ਅਤੇ ਲਹੂ ਦੀ ਧਾਰਾ ਬਾਹਰ ਵਗ ਤੁਰੀ ਅਤੇ ਬਾਹਰ ਬੈਠੇ ਸਭ ਨੂੰ ਯਕੀਨ ਹੋ ਗਿਆ ਕਿ ਦਇਆ ਰਾਮ ਦਾ ਸੀਸ ਧੜ ਨਾਲੋਂ ਅਲੱਗ ਹੋ ਚੁੱਕਾ ਸੀ। ਗੁਰੂ ਗੋਬਿੰਦ ਸਿੰਘ ਜੀ ਲਹੂ ਨਾਲ ਲਿਬੜੀ ਹੋਈ ਤਲਵਾਰ ਲੈ ਕੇ ਬਾਹਰ ਆਏ ਅਤੇ ਆਖਿਆ ਕਿ ਇੱਕ ਹੋਰ ਸਿਰ ਦੀ ਲੋੜ ਹੈ। ਹੁਣ ਧਰਮ ਰਾਏ ਹਸਤਾਨਪੁਰ ਦੇ ਵਸਨੀਕ ਸੇ ਆਪਣੇ ਆਪ ਨੂੰ ਪੇਸ਼ ਕੀਤਾ। ਗੁਰੂ ਜੀ ਉਸ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਫਿਰ ਪਹਿਲੇ ਵਾਂਗ ਹੀ ਆਵਾਜ਼ ਆਈ ਅਤੇ ਲਹੂ ਬਾਹਰ ਵਗ ਤੁਰਿਆ। ਫਿਰ ਇਸੇ ਤਰ੍ਹਾਂ 3 ਵਾਰ ਹੋਰ ਗੁਰੂ ਜੀ ਨੇ ਸਿਰਾਂ ਦੀ ਮੰਗ ਕੀਤੀ ਅਤੇ ਵਾਰੀ ਹਿੰਮਤ ਸਿੰਘ, ਮੋਹਕਮ ਜੀ ਅਤੇ ਸਾਹਿਬ ਜੀ ਨਾਈ ਅੱਗੇ ਵਧੇ ਅਤੇ ਆਪਣੇ ਸੀਸ ਪੇਸ਼ ਕੀਤੇ। ਗੁਰੂ ਜੀ ਉਹਨਾਂ ਨੂੰ ਵੀ ਤੰਬੂ ਵਿੱਚ ਲੈ ਗਏ ਅਤੇ ਪਹਿਲੀ ਕਿਰਿਆ ਦੁਹਰਾਈ। ਉਹਨਾਂ ਦੀ ਮਿਸਾਲ ਮਿਲਣੀ ਮੁਸ਼ਕਲ ਹੈ। ਕੇਵਲ ਆਪਣੇ ਗੁਰੂ ਦੇ ਹੁਕਮ ਅਤੇ ਆਪਣਾ ਸਰੀਰ ਅਤੇ ਜ਼ਿੰਦਗੀ ਕੌਮ ਤੋਂ ਵਾਰਨ ਲਈ ਨਿਤਰੇ। ਜ਼ਿੰਦਗੀ ਨੂੰ ਤੁੱਛ ਸਮਝਿਆ ਅਤੇ ਜੀਵਨ ਬਲੀਦਾਨ ਦੇਣ ਲਈ ਉਹ ਤਤਪਰ ਹੋ ਗਏ। ਉਹ ਭਾਰਤ ਵਰਸ਼ ਦੇ ਸੱਚੇ ਸਪੂਤ ਸਨ, ਦੇਸ਼ ਪਿਆਰ ਦਾ ਨਮੂਨਾ ਸਨ, ਮਹਾਨ ਆਤਮਾ ਸਨ, ਜਿਨ੍ਹਾਂ ਵਿੱਚ ਇਸ ਪੰਜ ਭੂਤਕ ਸਰੀਰ ਨੂੰ ਆਪਣੇ ਦੇਸ਼ ਵਾਸੀਆਂ ਲਈ ਕੁਰਬਾਨ ਕਰਨ ਦੀ ਸੋਝੀ ਸੀ। ਉਹਨਾਂ ਆਪਣੀ ਰੱਤ ਨਾਲ ਮਜ਼ਲੂਮ ਹਿੰਦੂ ਕੌਮ ਦੀਆਂ ਟੁੱਟੀਆਂ ਹੱਡੀਆਂ ਦੀ ਮੁਰੰਮਤ ਕੀਤੀ। ਉਹ ਅਜਿਹੇ ਮਹਾਬਲੀ ਸਨ ਕਿ ਕੌਮ ਦੀ ਭਲਾਈ ਲਈ ਮੌਤ ਨੂੰ ਤੁੱਛ ਸਮਝਿਆ। ਇਸ ਤਰ੍ਹਾਂ ਦੇ ਸੂਰਬੀਰ ਯੋਧਿਆਂ ਕੋਲੋਂ ਹੀ ਜੋ ਜਾਨ ਤਲੀ 'ਤੇ ਰੱਖਣ ਵਾਲੇ ਹੋਣ, ਦੇਸ਼ ਦੀ ਉੱਨਤੀ ਅਤੇ ਭਾਰਤ ਦੀ ਮੁਕਤੀ ਦੀ ਆਸ ਗੁਰੂ ਜੀ ਨੂੰ ਹੀ ਹੋ ਸਕਦੀ ਸੀ। ਇਸ ਵਿਸ਼ੇਸ਼ ਵਿਧੀ ਨਾਲ ਕਾਰਜ ਆਰੰਭ ਕਰਨ ਨਾਲ ਵਿੱਚ ਗੁਰੂ ਜੀ ਪਾਸ 2 ਭੇਦ ਸਨ। ਇੱਕ, ਪਹਿਲਾ ਇਹ ਵੇਖਣਾ ਕਿ ਸਿੱਖਾਂ ਵਿੱਚ ਕੌਮੀ ਸੇਵਾ ਅਤੇ ਦੇਸ਼ ਭਗਤੀ ਦੀ ਭਾਵਨਾ ਕਿੰਨੀ ਕੁ ਆ ਚੁੱਕੀ ਸੀ ਅਤੇ ਉਹਨਾਂ ਦੇ ਮੁੱਦਤਾਂ ਦੇ ਉਪਦੇਸ਼ ਦੇ ਪ੍ਰਚਾਰ ਦਾ ਕੀ ਫਲ ਪ੍ਰਾਪਤ ਹੋ ਚੁੱਕਾ ਸੀ। ਕੀ ਸਿੱਖਾਂ ਵਿੱਚ ਅਜਿਹੀ ਯੋਗਤਾ ਆ ਗਈ ਸੀ ਕਿ ਉਹ ਹੱਸਦੇ ਦੂਜਿਆਂ ਲਈ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਸਕਣ। ਗੁਰੂ ਜੀ ਦੇ ਸਿੱਖ ਉਹਨਾਂ ਦੀ ਇਸ ਪ੍ਰੀਖਿਆ ਵਿੱਚ ਪੂਰੇ ਉਤਰੇ। ਉਹਨਾਂ 5 ਸਿਰਾਂ ਦੀ ਮੰਗ ਕੀਤੀ ਅਤੇ 5 ਨੇ ਹੀ ਆਪਣੇ ਸਿਰ ਗੁਰੂ ਜੀ ਦੀ ਤਲਵਾਰ ਅੱਗੇ ਅਰਪਣ ਕਰ ਦਿੱਤੇ। ਜੇ ਸਾਰੇ ਸਿੱਖਾਂ ਨੂੰ ਹੀ ਹੁਕਮ ਹੁੰਦਾ ਤਾਂ ਸਾਰੇ ਹੀ ਸਿਰ ਦੇਣ ਤੋਂ ਇਨਕਾਰ ਨਾ ਕਰਦੇ। ਇਸ ਤੋਂ ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਤਨੀ ਸਾਧਨਾ, ਪਰਿਸ਼ਰਮ, ਤਪੱਸਿਆ ਅਤੇ ਪ੍ਰੇਮ ਤੋਂ ਕੰਮ ਲਿਆ, ਜਿਸ ਨਾਲ ਅਜਿਹੇ ਤਿਆਗੀ ਯੋਧੇ ਸਿੱਖ ਪੈਦਾ ਕੀਤੇ। ਆਪਣੀ ਸਾਧਨਾ ਨੂੰ ਸਫਲ ਹੁੰਦਾ ਵੇਖ ਕੇ ਜੋ ਪ੍ਰਸੰਨਤਾ ਗੁਰੂ ਜੀ ਨੂੰ ਹੋਈ ਹੋਵੇਗੀ, ਉਹ ਦੱਸਣ ਨਾਲੋਂ ਕਿਆਸ ਨਾਲ ਵਧੇਰੇ ਸਮਝੀ ਜਾ ਸਕਦੀ ਹੈ। ਦੂਸਰਾ, ਗੁਰੂ ਜੀ ਸਿੱਖਾਂ ਨੂੰ ਇਹ ਦ੍ਰਿੜ ਕਰਵਾਉਣਾ ਚਾਹੁੰਦੇ ਸਨ ਕਿ ਦੇਸ਼ ਅਤੇ ਜਾਤੀ ਦਾ ਭਲਾ ਕੇਵਲ ਉਹ ਪੁਰਸ਼ ਹੀ ਕਰ ਸਕਦੇ ਹਨ ਜੋ ਆਪਣੇ ਲਹੂ ਨਾਲ ਉਹਨਾਂ ਨੂੰ ਬਲ ਅਤੇ ਤਾਕਤ ਦੇਣਗੇ। ਇਸ ਗੱਲ ਦੀ ਪੁਸ਼ਟੀ ਸਿੱਖਾਂ ਨੇ ਉਹਨਾਂ ਕਾਰਨਾਮਿਆਂ ਤੋਂ ਸਹਿਜੇ ਹੀ ਹੋ ਜਾਂਦੀ ਹੈ ਜੋ ਖਾਲਸਾ ਧਰਮ ਦੀ ਸਥਾਪਨਾ ਉਪਰੰਤ ਅਤੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਵਿੱਚ ਜਾਂ ਪਿੱਛੋਂ ਕਰ ਵਿਖਾਏ। ਉਸ ਤੋਂ ਬਾਅਦ ਗੁਰੂ ਜੀ ਉਹਨਾਂ 5 ਨੂੰ ਤੰਬੂ ਵਿੱਚੋਂ ਬਾਹਰ ਲਿਆਏ ਅਤੇ ਕੇਸ਼ਗੜ੍ਹ ਕਿਲ੍ਹੇ ਵਿੱਚ ਦਰਬਾਰ ਸਜਾ ਕੇ 5 ਨੂੰ ਹੀ ਵਰਦੀ ਸਜਾ ਕੇ ਅਤੇ ਖੁਦ ਵੀ ਵਰਦੀ ਪਹਿਨ ਕੇ ਦਰਿਆ ਦਾ ਪਾਣੀ ਮੰਗਵਾਇਆ
ਤੇ ਇੱਕ ਸਰਬਲੋ ਦੇ ਬਾਟੇ ਵਿੱਚ ਪਾ ਕੇ ਕੁਝ ਪਤਾਸੇ ਪਾਏ ਅਤੇ ਆਪਣੇ ਖੰਡੇ ਨਾਲ 5 ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕੀਤਾ। ਇਸ ਵਿੱਚੋਂ 5 ਵਾਰ 5 ਚੂਲੇ ਅੰਮ੍ਰਿਤ ਦੇ ਪਿਲਾਏ ਤੇ ਹਰ ਚੂਲੇ ਪਿਲਾਉਣ ਸਮੇਂ ਆਪ ਵੀ ਤੇ ਉਹਨਾਂ ਨੇ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਜੈਕਾਰਾ ਗਜਾਇਆ। ਇਸ ਰੀਤੀ ਦਾ ਨਾਂ ਗੁਰੂ ਜੀ ਨੇ ਪਾਹੁਲ ਰੱਖਿਆ ਤੇ ਇਸ ਪੰਥ ਦਾ ਨਾਂ ਖਾਲਸਾ ਤੇ ਇਸ ਸੰਗਤ ਦਾ ਨਾਂ ਖਾਲਸਾ ਧਰਮ ਰੱਖ ਦਿੱਤਾ। ਉਹਨਾਂ ਸਿੱਖਾਂ ਦੇ ਨਾਂ ਨਾਲ ਸਿੰਘ ਦਾ ਖਿਤਾਬ ਬਖਸ਼ਿਆ। ਗੁਰੂ ਗੋਬਿੰਦ ਸਿੰਘ ਜੀ ਦੇ ਉਦੇਸ਼ ਤੇ ਖਾਲਸਾ ਧਰਮ ਦੀ ਵਿਉਂਤ ਤੇ ਬਣਤਰ ਨੇ ਆਮ ਹਿੰਦੂਆਂ ਦੇ ਦਿਲਾਂ ਵਿੱਚ ਆਪਣਾ ਘਰ ਬਣਾ ਲਿਆ ਤੇ ਉਹ ਖਾਲਸਾ 'ਚ ਸਜਣ ਲੱਗ ਪਏ। ਖਾਲਸੇ ਦਾ ਸਾਦਾ ਤੇ ਸਪਸ਼ਟ ਅਸੂਲਾਂ ਆਜ਼ਾਦੀ ਦੀ ਲਗਨ ਤੇ ਉੱਚੇ ਜੀਵਨ ਵਾਲੀ ਬਿਜਲੀ ਵਰਗੀ ਚਮਕ ਤੇ ਖਿੱਚ ਸੀ, ਜਿਸ ਨਾਲ ਲੋਕ ਆਪ ਮੁਹਾਰੇ ਖਿੱਚੇ ਆਉਣ ਲੱਗੇ ਤੇ ਥੋੜ੍ਹੇ ਹੀ ਸਮੇਂ ਵਿੱਚ ਉਸ ਮਿਸ਼ਨ ਨੂੰ ਸ਼ਾਨਦਾਰ ਕਾਮਯਾਬੀ ਹੋਈ। ਹਜ਼ਾਰਾਂ ਆਦਮੀ ਸਿੱਖ ਹੋ ਕੇ ਗੁਰੂ ਜੀ ਦੇ ਸਿੰਘ ਸੱਜ ਗਏ। ਗੁਰੂ ਗੋਬਿੰਦ ਸਿੰਘ ਜੀ ਦੇ ਇਸ ਪਿਆਰ ਸੋਮੇ ਵੱਲ ਉਹ ਇੰਜ ਦੌੜੇ ਜਿਵੇਂ ਕੋਈ ਮੁੱਦਤਾਂ ਦਾ ਵਿਆਕੁਲ ਪਿਆਸਾ ਪਾਣੀ ਦੇ ਚਸ਼ਮੇ ਵੱਲ ਭੱਜਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਸੱਚੇ ਦਿਲ ਨਾਲ ਤੇ ਹਿੰਦੂਆਂ ਪ੍ਰਤੀ ਪ੍ਰੇਮ ਭਾਵਨਾ ਨਾਲ ਇਹ ਕਾਰਜ ਆਰੰਭਿਆ ਸੀ। ਆਮ ਲੋਕਾਂ ਨੇ ਵੀ ਇਸ ਦੀ ਪੂਰੀ ਕਦਰ ਕੀਤੀ ਤੇ ਖਾਲਸਾ ਧਰਮ ਨੂੰ ਗੁਲਾਮੀ ਦੀ ਨਿਵਰਤੀ ਤੇ ਆਪਣੇ ਉਦੇਸ਼ ਤੇ ਜੀਵਨ ਦੀ ਪ੍ਰਵਿਰਤੀ ਦਾ ਸਾਧਨ ਤੇ ਸਮੇਂ ਦੀ ਵੰਗਾਰ ਸਮਝ ਕੇ ਮੰਤਰ ਵਾਂਗ ਧਾਰਨ ਕੀਤਾ। ਇੰਜ ਸਿੱਖਾਂ ਦੀ ਗਿਣਤੀ ਦਿਨੋਂ ਦਿਨ ਵਧਣ ਲੱਗੀ। ਇਸ ਜ਼ਬਰਦਸਤ ਸ਼ੱਕ ਦੀ ਗੱਲ ਨਹੀਂ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਖਾਲਸਾ ਸ਼੍ਰੇਣੀ ਉਹਨਾਂ ਸੱਚੇ ਪ੍ਰੇਮੀਆਂ ਪੱਕੇ ਵਿਸ਼ਵਾਸ ਵਾਲੀਆਂ ਉੱਚੀਆਂ ਜਾਤਾਂ ਵਿੱਚੋਂ ਨਹੀਂ ਸੀ ਜੋ ਆਪਣੇ ਆਪ ਨੂੰ ਖਸ਼ਤਰੀ ਸਦਵਾਉਂਦੇ ਆਪਣੀਆਂ ਬੇਟੀਆਂ ਖੁਸ਼ੀ ਨਾਲ ਮੁਸਲਮਾਨਾਂ ਨੂੰ ਪੇਸ਼ ਕਰਦੇ ਸਨ, ਤੇ ਨਾ ਹੀ ਉਸ ਉੱਚੀ ਜ਼ਾਤ ਦੇ ਬ੍ਰਾਹਮਣਾਂ ਵਿੱਚੋਂ ਸੀ ਜੋ ਆਪਣੀ ਧੋਤੀ ਦੀ ਇੱਜ਼ਤ ਬਚਾਉਣ ਲਈ ਦੇਸ਼ ਨੂੰ ਵੀ ਵੇਚਣ ਲਈ ਤਿਆਰ ਸਨ, ਜਿਨ੍ਹਾਂ ਦੀਆਂ ਔਰਤਾਂ ਤੇ ਇੱਜ਼ਤਾਂ ਗਜ਼ਨੀ ਦੇ ਬਾਜ਼ਾਰ ਵਿੱਚ 2-2 ਦਿਨਾਰਾਂ ਵਿੱਚ ਵਿਕ ਚੁੱਕੀਆਂ ਸਨ। ਇਹ ਤਾਂ ਉਹ ਜਮਾਤ ਸੀ ਜੋ ਆਪਣੇ ਮਾਸ ਤੇ ਹੱਡੀਆਂ ਦੇ ਢੇਰ ਉਸਾਰ ਕੇ ਮਾਸੂਮ ਹਿੰਦੂ ਕੌਮ ਲਈ ਇੱਜ਼ਤ ਤੇ ਸ਼ਾਨ ਦਾ ਉੱਚਾ ਚਬੂਤਰਾ ਤਿਆਰ ਕਰਨ ਵਿੱਚ ਜੁਟੀ ਪਈ ਸੀ, ਜੋ 700 ਸਾਲਾਂ ਦੇ ਪੁਰਾਣੇ ਅਪਮਾਨ, ਬੇਇੱਜ਼ਤੀ, ਬੇਅਣਖੀ ਤੇ ਬੇਗੈਰਤੀ ਦੇ ਦਾਗਾਂ ਨੂੰ ਆਪਣੀ ਰੱਤ ਨਾਲ ਧੋਣ ਤੇ ਸਾਫ਼ ਕਰਨ ਲਈ ਮੈਦਾਨ ਵਿੱਚ ਨਿੱਤਰ ਰਹੇ ਸਨ। ਉਹ ਆਪਣੀ ਜੀਵਨ ਆਹੂਤੀ ਪਾ ਕੇ ਆਪਣੀ ਕੌਮ ਵਿੱਚ ਨਵਾਂ ਜੀਵਨ ਤੇ ਨਵੀਂ ਰੂਹ ਫੂਕਣ ਵਾਸਤੇ ਖਾਲਸਾ ਧਰਮ ਵਿੱਚ ਪ੍ਰਵੇਸ਼ ਕਰ ਰਹੇ ਸਨ, ਤਾਂ ਜੋ ਭਾਰਤ ਵਰਸ਼ ਨੂੰ ਇਹ ਖਾਲਸਾ ਭੂਮੀ ਬਣਾ ਸਕਣ। ਇਸ ਗਰੀਬੜੇ ਟੋਲੇ ਨੂੰ ਵੇਖ ਕੇ ਆਪਣੀ ਵਡੱਤਨ ਤੇ ਅਭਿਮਾਨ ਵਿੱਚ ਤੇ ਆਪਣੀ ਕੁਲ ਦੀ ਸ਼ਾਨ ਵਿੱਚ ਪਹਾੜੀ ਰਾਜਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਤਾਨਾ ਮਾਰਿਆ ਸੀ ਕਿ ਇਹਨਾਂ ਚਿੜੀਆਂ ਤੋਂ ਤੁਸੀਂ ਦੇਸ਼ ਦੀ ਰਾਖੀ ਕਰਾਓਗੇ, ਇਹਨਾਂ ਬਿੱਲੀਆਂ ਕੋਲੋਂ ਸ਼ੇਰਾਂ ਦਾ ਟੱਕਰਾ ਕਰਾਓਗੇ। ਜਵਾਬ ਵਿੱਚ ਗੁਰੂ ਜੀ ਨੇ ਆਖਿਆ ਸੀ, 1.25 लाख से एक लड़ाऊँ, चिड़ियों से मैं बाज तड़ाऊँ, बिल्लियों से शेर मराऊँ, तभी गोबिंद सिंह नाम तराऊँ। ਸੋ ਜਿਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਉਸ ਤਰ੍ਹਾਂ ਹੀ ਉਹਨਾਂ ਨੇ ਕਰਕੇ ਵਿਖਾ ਦਿੱਤਾ। ਕਥਨੀ ਤੇ ਕਰਨੀ ਇੱਕੋ ਰੱਖੀ। ਖੱਤਰੀ ਕੁਲ ਦੇ ਰਾਜੇ ਤੇ ਬ੍ਰਾਹਮਣ ਗੁਰੂ ਜੀ ਦੇ ਇਸ ਉਦੇਸ਼ ਤੇ ਜਾਤ ਦੇ ਸਖਤ ਵਿਰੋਧੀ ਹੋ ਗਏ। ਬ੍ਰਾਹਮਣਾਂ ਨੇ ਵਰਨ ਜਾਤੀ ਦੀਆਂ ਹੱਦਾਂ ਟੁੱਟਦੀਆਂ ਤੇ ਜੰਝੂ ਅਲੋਪ ਹੁੰਦੇ ਵੇਖ ਕੇ ਹੀ ਰੌਲਾ ਪਾਉਣਾ ਸ਼ੁਰੂ ਪਾਇਆ ਕਿ ਆਲੇ ਦੁਆਲੇ ਦੇ ਪਹਾੜੀ ਰਾਜਿਆਂ ਦਾ ਧਰਮ ਹੀ ਲੁੱਟ ਗਿਆ, ਨਸ਼ਟ ਤੇ ਬਰਬਾਦ ਹੋ ਗਿਆ। ਇਹ ਆਖ ਕੇ ਗੁਰੂ ਜੀ ਦੇ ਵਿਰੁੱਧ ਭੜਕਾਇਆ। ਪਹਾੜੀ ਰਾਜੇ ਇੱਕ ਤਾਂ ਇਸ ਕਰਕੇ ਗੁਰੂ ਜੀ ਤੋਂ ਔਖੇ ਸਨ ਕਿ ਉਹ ਨੀਵੀਂ ਜਾਤ ਵਾਲਿਆਂ ਨੂੰ ਉੱਚਾ ਚੁੱਕ ਕੇ ਉਹਨਾਂ ਦੇ ਬਰਾਬਰ ਖੜਾ ਕਰੀ ਜਾ ਰਹੇ ਸਨ, ਅਤੇ ਦੂਜਾ ਈਰਖਾ ਦੀ ਅਗਨੀ ਦੇ ਵਸ ਹੋਇਆਂ ਨੂੰ ਉਹਨਾਂ ਦੇ ਦਿਲਾਂ ਵਿੱਚ ਇਹ ਵੀ ਭਾਰੀ ਤੌਖਲਾ ਸੀ ਕਿ ਗੁਰੂ ਜੀ ਦੀ ਵੱਧਦੀ ਤਾਕਤ ਕਿਤੇ ਉਹਨਾਂ ਦੀਆਂ ਜੜ੍ਹਾਂ ਹੀ ਨਾ ਪੁੱਟ ਕੇ ਰੱਖ ਦੇਵੇ। ਕੁਝ ਪਹਾੜੀ ਰਾਜਿਆਂ ਦੀ ਜ਼ਾਤੀ ਦੁਸ਼ਮਣੀ ਤਾਂ ਗੁਰੂ ਜੀ ਨਾਲ ਪਹਿਲਾਂ ਹੀ ਕਾਇਮ ਹੋ ਚੁੱਕੀ ਸੀ। ਹੁਣ ਬ੍ਰਾਹਮਣਾਂ ਨੇ ਪਹਾੜੀ ਰਾਜਿਆਂ ਨੂੰ ਚੁੱਕਿਆ ਤੇ ਭੜਕਾਇਆ ਕਿ ਗੁਰੂ ਗੋਬਿੰਦ ਸਿੰਘ ਹਿੰਦੂ ਧਰਮ ਦੇ ਦੁਸ਼ਮਣ ਹਨ। ਸਾਨੂੰ ਸਭ ਨੂੰ ਮਿਲ ਕੇ ਉਹਨਾਂ ਦਾ ਅਜਿਹਾ ਨੱਕ ਵਿੱਚ ਦਮ ਕਰਨਾ ਚਾਹੀਦਾ ਹੈ ਕਿ ਉਹਨਾਂ ਨੂੰ ਕਿਤੇ ਸੁੱਖ ਦਾ ਸਾਹ ਨਾ ਮਿਲ ਸਕੇ। ਪਹਾੜੀ ਰਾਜਿਆਂ ਨੂੰ ਵੀ ਗੁਰੂ ਜੀ ਨੇ ਖਾਲਸਾ ਧਰਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ, ਪਰ ਆਪਣੀ ਕੁਲ ਤੇ ਜਾਤ ਦੇ ਅਭਿਮਾਨ ਵਿੱਚ ਫਸੇ ਹੋਇਆਂ ਨੇ ਘਿਰਣਾ ਪ੍ਰਗਟ ਕੀਤੀ ਤੇ ਗੁਰੂ ਜੀ ਦੀ ਵਿਰੋਧਤਾ ਕਰਨ ਲੱਗ ਪਏ। ਹਾਏ ਹਿੰਦੂ ਕੌਮ, ਤੇਰੇ ਤੋਂ ਵੱਡਾ ਅਗਰਦਗਨ ਕੌਣ ਹੋ ਸਕਦਾ ਹੈ? ਤੇਰੇ ਤੋਂ ਵਧੇਰੇ ਨਾ ਸ਼ੁਕਰਾਪਨ ਕਿਸ ਸ਼੍ਰੇਣੀ ਵਿੱਚ ਹੋਵੇਗਾ?
ਸੱਚੇ ਕੌਮੀ ਭਗਤਾਂ ਦੀ ਨਾ ਕਦਰੀ ਤੇਥੋਂ ਜ਼ਿਆਦਾ ਹੋਰ ਕਿਸ ਨੇ ਕਰਨੀ ਹੈ। ਸੱਚੇ ਦੇਸ਼ ਭਗਤਾਂ ਨੂੰ ਦੁੱਖ ਤੇ ਤਸੀਹੇ ਦੇਣ ਵਿੱਚ ਤੇਰੇ ਨਾਲੋਂ ਜ਼ਿਆਦਾ ਜੰਗਲੀ ਤੇ ਵਹਿਸ਼ੀ ਹੋਰ ਕੌਣ ਹੈ। ਗੁਰੂ ਗੋਬਿੰਦ ਸਿੰਘ ਜੀ ਤਾਂ ਤੁਹਾਡੀ ਖਾਤਰ ਘਰ ਬਾਹਰ ਤੇ ਜਾਨ ਮਾਲ ਵਾਰਨ ਦੀ ਤਿਆਰੀ ਕਰ ਰਿਹਾ ਸੀ, ਇੱਥੋਂ ਤੱਕ ਕਿ ਆਪਾ ਵਾਰਨ ਦੀ ਤਿਆਰੀ ਵਿੱਚ ਜੁਟਿਆ ਹੋਇਆ ਸੀ। ਉਹ ਤੁਹਾਨੂੰ ਜ਼ਿਲਤ ਦੀ ਨੀਵੀਂ ਖੁੱਡ ਵਿੱਚੋਂ ਡੇਗਿਆਂ ਨੂੰ ਚੁੱਕ ਕੇ ਆਕਾਸ਼ 'ਤੇ ਪਹੁੰਚਾਉਣ ਦੀ ਧੁਨ ਵਿੱਚ ਮਗਨ ਸੀ, ਪਰ ਇਸ ਦੀ ਉਲਟੀ ਤੁਸੀਂ ਆਪਣੀ ਖੁਦਗਰਜੀ, ਕੀਨੇ ਤੇ ਈਰਖਾ ਦੇ ਕਾਰਨ ਉਸ ਦੇ ਵਿਰੁੱਧ ਵਿਦਰੋਹ ਖੜਾ ਕਰ ਰਹੇ ਹੋ। ਇਸ ਨਾਸ਼ੁਕਰਾਪਨ, ਇਸ ਬੁਗਜ਼, ਕੀਨੋ ਤੇ ਈਰਖਾ ਕਾਰਨ ਹੀ ਸਦਾ ਤੁਸੀਂ ਗੁਲਾਮੀ ਦੇ ਪੱਟੇ ਨੂੰ ਗਲ ਵਿੱਚ ਪਾਈ ਫਿਰਦੇ ਰਹੇ ਹੋ। ਜੋ ਹੋਣਾ ਸੀ ਸੋ ਹੋ ਕੇ ਰਿਹਾ। ਰਾਜਪੂਤ ਕਸ਼ੱਤਰੀ ਪੁਣੇ ਦੇ ਜਵਾਨੀ ਦਾਅਵੇਦਾਰ ਤੇ ਭਾਰਤ ਦੇ ਬੇਵਕੂਫ ਤੇ ਜੰਗਲੀ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਰੋਧੀ ਹੋ ਗਏ। ਉਹਨਾਂ ਵਿੱਚੋਂ ਕੁਝ ਪਹਾੜੀ ਰਾਜਿਆਂ ਨੇ ਮਿਲ ਕੇ ਗੁਰੂ ਜੀ ਨੂੰ ਤਕਲੀਫਾਂ ਦੇਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ। ਗੁਰੂ ਜੀ ਦਾ ਮਹਾਨ ਤੇ ਬਲੀਦਾਨ ਦਿਲ ਅਜਿਹਾ ਤਕਲੀਫਾਂ ਤੇ ਮੁਸ਼ਕਲਾਂ ਤੋਂ ਘਬਰਨ ਤੇ ਡਰਨ ਵਾਲਾ ਨਹੀਂ ਸੀ ਤੇ ਨਾ ਹੀ ਉਹਨਾਂ ਨੂੰ ਕੋਈ ਨੁਕਸਾਨ ਪਹੁੰਚਾ ਸਕਦਾ ਸੀ, ਪਰ ਉਹਨਾਂ ਦੇ ਪਵਿੱਤਰ ਉਦੇਸ਼ 'ਤੇ ਕਾਫੀ ਚੋਟ ਵੱਜੀ। ਉਸ ਸਮੇਂ ਦੇ ਖੱਤਰੀਆਂ ਤੇ ਬ੍ਰਾਹਮਣਾਂ ਉੱਪਰ ਪੱਥਰ ਦਿਲੀ, ਬੁਜ਼ਦਿਲੀ ਤੇ ਘਟੀਆਪਨ ਦੇ ਜੋ ਦਾਗ ਸਦਾ ਵਾਸਤੇ ਲੱਗ ਗਏ, ਉਹ ਕਦੇ ਵੀ ਉਤਰ ਨਹੀਂ ਸਕਦੇ। ਪਹਿਲਾ ਵਾਰ ਜਿਵੇਂ ਕਿ ਅਜਿਹੇ ਹਾਲਾਤ ਵਿੱਚ ਹੁੰਦਾ ਹੈ, ਪਹਾੜੀ ਰਾਜਿਆਂ ਨੇ ਇਹ ਕੀਤਾ ਕਿ ਗੁਰੂ ਜੀ ਨੂੰ ਆਖਿਆ ਕਿ ਉਹ ਉਹਨਾਂ ਦੇ ਇਲਾਕੇ ਵਿੱਚੋਂ ਨਿਕਲ ਜਾਣ ਤੇ ਅਨੰਦਪੁਰ ਛੱਡ ਜਾਣ। ਉਹਨਾਂ ਇਹ ਵੀ ਮੰਗ ਕੀਤੀ ਕਿ ਗੁਰੂ ਜੀ ਸਿੰਘਾਂ ਨੂੰ ਉਹਨਾਂ ਦੀ ਪਰਜਾ ਦਾ ਜੋ ਨੁਕਸਾਨ ਕੀਤਾ ਹੈ ਉਸ ਦਾ ਇਵਜ਼ਾਨਾ ਰੁਪਏ ਵਿੱਚ ਭਰਨ, ਨਹੀਂ ਤਾਂ ਉਹਨਾਂ ਉੱਤੇ ਫੌਜੀ ਹਮਲਾ ਕੀਤਾ ਜਾਵੇਗਾ। ਗੁਰੂ ਜੀ ਅਨੰਦਪੁਰ ਨੂੰ ਕਿਉਂ ਤਿਆਗਦੇ, ਜਦ ਕਿ ਉਹਨਾਂ ਦੇ ਪਿਤਾ ਜੀ ਨੇ ਜ਼ਮੀਨ ਮੁੱਲ ਖਰੀਦ ਕੇ ਨਗਰ ਵਸਾਇਆ ਸੀ। ਉਹ ਕਸ਼ੱਤਰੀ ਮਹਾਨ ਵੀਰ ਯੋਧੇ ਗੁਰੂ ਜੋ ਸਮੁੱਚੇ ਭਾਰਤ ਨੂੰ ਜ਼ਾਬਰ ਜਰਵਾਣਿਆਂ ਦੀ ਕੈਦ ਵਿੱਚੋਂ ਆਜ਼ਾਦ ਕਰਵਾਉਣ ਦਾ ਚਿੰਤਨ ਕਰ ਰਹੇ ਸਨ, ਉਹ ਉਹਨਾਂ ਰਾਜਿਆਂ ਦੀਆਂ ਗਿੱਦੜ ਭਬਕੀਆਂ ਸੁਣ ਕੇ ਆਪਣਾ ਫਕੀਰੀ ਆਲਣਾ ਭਾਵ ਘਰ-ਬਾਰ ਕਿਵੇਂ ਛੱਡ ਨਾ ਸੋਚ ਸਕਦੇ ਸੀ, ਜਿਵੇਂ ਕਿ ਅਜਿਹੇ ਵੀਰਤਾ ਦੇ ਪੁੰਜ ਯੋਧੇ ਪਾਸੋਂ ਆਸ ਕੀਤੀ ਜਾ ਸਕਦੀ ਸੀ। ਗੁਰੂ ਜੀ ਨੇ ਰਾਜਿਆਂ ਨੂੰ ਉੱਤਰ ਦਿੱਤਾ ਕਿ ਰੁਪਇਆ ਤਲਵਾਰ ਨਾਲ ਤੇ ਅਨੰਦਪੁਰ ਗੋਲੀ ਨਾਲ ਦਿੱਤਾ ਜਾਵੇਗਾ। ਇਹ ਕਰੜਾ ਜਵਾਬ ਰਾਜਿਆਂ ਨੂੰ ਕਤਈ ਪਸੰਦ ਨਾ ਆਇਆ। ਇਸ ਤੋਂ ਬਾਅਦ ਫਿਰ ਪਹਾੜੀ ਰਾਜਿਆਂ ਨੇ ਮੁਗਲ ਹਕੂਮਤ ਨਾਲ ਮਿਲ ਕੇ 1705 ਤੱਕ ਗੁਰੂ ਸਾਹਿਬਾਨ ਦੇ ਉੱਪਰ 6 ਹਮਲੇ ਕੀਤੇ। ਸੋ ਇਹ ਸੀ ਅਨੰਦਪੁਰ ਸਾਹਿਬ ਦਾ 1665 ਤੋਂ ਲੈ ਕੇ 1705 ਤੱਕ ਦਾ ਵੀਰਤਾ ਭਰਿਆ ਇਤਿਹਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।